ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਨਵੀਂ ਸਿੱਖਿਆ ਨੀਤੀ ਬਾਰੇ, ਜਿਸ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਮੀਰ ਸਿੰਘ ਜੀ, ਲੰਘੇ ਦਿਨੀ ਕੇਂਦਰੀ ਕੈਬਨਿਟ ਨੇ ਸਿੱਖਿਆ ਸਿਸਟਮ 'ਚ ਕੁਝ ਬਦਲਾਅ ਕਰਕੇ ਸਕੂਲ ਸਿੱਖਿਆ ਤੋਂ ਲੈ ਕੇ ਉਚੇਰੀ ਸਿੱਖਿਆ ਤੱਕ ਕੁਝ ਬਦਲਾਅ ਕੀਤੇ ਨੇ। ਇਹ ਬਦਲਾਅ ਕੀ ਨੇ? ਇਹ ਸਿੱਖਿਆ ਦੇ ਵਿੱਚ ਕਿੰਨੇ ਕੁ ਪ੍ਰਭਾਵਸ਼ਾਲੀ ਹੋਣਗੇ? ਇਸ ਬਾਰੇ ਸਾਨੂੰ ਵਿਸਥਾਰਪੂਰਵਕ ਦੱਸੋ। ਅਸਲ 'ਚ ਜਿਹੜੀ ਸਿੱਖਿਆ ਨੀਤੀ ਹੈ ਇਹਦਾ ਖਰੜਾ ਕਾਫੀ ਦੇਰ ਤੋਂ ਚਰਚਾ ਦੇ ਵਿੱਚ ਹੈਗਾ ਹੈ ਔਰ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਬੁੱਧੀਜੀਵੀ ਵੀ ਔਰ ਸਿੱਖਿਆ ਨਾਲ ਜੁੜੇ ਲੋਕ ਵੀ ਇਹਦੇ ਤੇ ਗੱਲ ਕਰਦੇ ਰਹੇ ਨੇ। ਉਹਨਾਂ ਨੇ ਬਹੁਤ ਸਾਰੇ ਇਤਰਾਜ਼ ਇਹਨਾਂ ਗੱਲਾਂ ਤੇ ਉਠਾਏ ਵੀ ਸੀ ਉਸ ਪੱਧਰ ਦੇ ਉੱਤੇ, ਪਰ ਹੁਣੇ ਕੋਵਿਡ ਦੇ ਦੌਰਾਨ ਇਹ ਪਾਲਿਸੀ ਉਸ ਪੱਧਰ ਦੇ ਉੱਤੇ ਆਪਣੇ ਆਪ ਹੀ ਮਤਲਬ ਇੱਕ ਅੱਧੇ ਪੁਆਇੰਟ ਨੂੰ ਛੱਡ ਕੇ ਬਾਕੀ ਪੁਆਇੰਟ ਸ਼ਾਇਦ ਉਹ ਇਤਰਾਜ਼ ਜਿਹੜੇ ਕੀਤੇ ਗਏ ਸੀ ਉਹ ਇਨਕਲੂਡ ਨਹੀਂ ਕੀਤੇ, ਉਹ 'ਚ ਸ਼ਾਮਲ ਨਹੀਂ ਕੀਤੇ। ਔਰ ਇਹ ਸਿੱਖਿਆ ਨੀਤੀ ਜਿਹੜੀ ਕੀਤੀ ਗਈ ਹੈ ਇਹ ਲਗਭਗ ਜੇ ਵੱਡੇ ਪੱਧਰ ਤੇ ਤਬਦੀਲੀ ਦੀ ਗੱਲ ਕਰੀਏ ਤਾਂ 34 ਸਾਲਾਂ ਬਾਅਦ ਇਹ 1986 ਦੀ ਜਿਹੜੀ ਸਿੱਖਿਆ ਪਾਲਿਸੀ ਸੀ ਉਹਦੇ ਤੋਂ ਬਾਅਦ ਇਹ ਆਈ ਹੈ। ਇਹ ਮੁੜ ਢਾਂਚਾਬੰਦੀ ਦੀ ਗੱਲ ਕਰਦੀ ਹੈ। ਇਹਦੇ 'ਚ ਸਭ ਤੋਂ ਜਿਹੜੀ ਇਹਦੀ ਦਿਸ਼ਾ ਹੈ ਪੂਰੀ ਦੀ ਪੂਰੀ, ਉਹ ਦਿਸ਼ਾ ਅਸਲ ਦੇ ਵਿੱਚ ਉਹੀ ਜਿਹੀ ਹੈ ਜਿਵੇਂ ਜਿਹੜੀ, ਕਿਉਂਕਿ ਸਿੱਖਿਆ ਵੀ ਹੈ ਜਿਹੜੀ ਉਹ ਸਮਾਜ ਨਾਲੋਂ ਜਾਂ ਸਿਆਸਤ ਨਾਲੋਂ ਜਾਂ ਆਰਥਿਕ ਮਾਡਲ ਨਾਲੋਂ ਟੁੱਟ ਕੇ ਨਹੀਂ ਚੱਲ ਸਕਦੀ। ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਬਾਕੀ ਆਰਡੀਨੈਂਸਾਂ ਦੇ ਮਾਮਲੇ 'ਚ, ਬਿਜਲੀ ਐਕਟ ਦੇ ਮਾਮਲੇ ਦੇ ਵਿੱਚ ਜਾਂ ਬਾਕੀ ਦੀ ਦਿਸ਼ਾ ਹੈ, ਉਹ ਦਿਸ਼ਾ ਦੋ ਟਾਈਪ ਦੀ ਹੈ। ਇੱਕ ਤਾਕਤਾਂ ਦਾ ਕੇਂਦਰੀਕਰਨ ਫੈਡਰਲਿਜ਼ਮ ਦੇ ਖਿਲਾਫ, ਦੂਜਾ ਕਿਸੇ ਵੀ ਚੀਜ਼ ਦਾ ਕਿਸੇ ਵੀ ਖੇਤਰ ਦਾ ਕਾਰਪੋਰੇਟੀਕਰਨ, ਕਿ ਉਹਨੂੰ ਆਮ ਦੀ ਬਜਾਏ ਮਤਲਬ ਕਾਰਪੋਰੇਟ ਘਰਾਣਿਆਂ ਨੂੰ ਕਿੰਨਾ ਫਾਇਦਾ ਮਿਲਦਾ ਉਹਦੇ 'ਚ, ਉਸ ਪਾਸੇ ਹੈ ਦਿਸ਼ਾ। ਇਸ ਐਜੂਕੇਸ਼ਨ ਪਾਲਿਸੀ ਦੀ ਵੀ ਉਸੇ ਪਾਸੇ ਹੈ। ਹਾਲਾਂਕਿ ਉਹਦੇ 'ਚ ਕਈ ਗੱਲਾਂ ਦੇਖਣ ਨੂੰ ਚੰਗੀਆਂ ਲੱਗਦੀਆਂ ਜਦੋਂ ਉਹਦਾ ਆਦੇਸ਼ ਇਹ ਹੈ ਕਿ ਅਸੀਂ 2035 ਤੱਕ 50% ਇਹੋ ਜਿਹੇ ਬੱਚੇ ਹੋਣਗੇ ਜਿਹੜੇ ਹਾਈ ਸਕੂਲਾਂ ਤੋਂ ਗ੍ਰੈਜੂਏਸ਼ਨ ਤੱਕ ਟਰਨ ਕਰ ਜਾਣਗੇ। ਹੁਣ ਉਹ 26% ਹੈ ਸਾਡਾ। ਜਾਂ ਅਸੀਂ ਹੋਰ ਬਹੁਤ ਜ਼ਿਆਦਾ, ਜਿਵੇਂ ਇੱਕ ਅਸੀਂ ਉਹਨੂੰ ਪ੍ਰਣਾਲੀਬੱਧ ਕਰ ਦਿੱਤਾ ਗਿਆ ਕਿ 3 ਸਾਲ ਦੇ ਬੱਚੇ ਨੂੰ ਅਸੀਂ ਆਂਗਣਵਾੜੀ ਦੀ ਬਜਾਏ ਸਕੂਲ ਸਿੱਖਿਆ ਦੇ ਢਾਂਚੇ 'ਚ ਲੈ ਲਿਆ। ਕੁਝ ਚੀਜ਼ਾਂ ਅਸੀਂ ਲੋਕਾਂ ਦਾ ਅਸੀਂ ਮੈਥੇਮੈਟੀਕਲੀ ਐਟੀਚਿਊਡ ਬਣਾਵਾਂਗੇ ਜਾਂ ਬਾਕੀ ਚੀਜ਼ਾਂ ਕਰਾਂਗੇ। ਉਹਦੇ 'ਚ ਜਿਹੜੇ ਉਦੇਸ਼ 'ਚ ਦਿੱਤੀਆਂ ਗਈਆਂ ਚੀਜ਼ਾਂ ਨੇ ਦੇਖਣ ਨੂੰ ਇਹ ਲੱਗਦੀਆਂ ਨੇ ਕਿ ਉਹ ਕਾਫੀ ਠੀਕ ਨੇ, ਸ਼ਾਇਦ ਇਹਦੇ ਨਾਲ ਬੱਚਿਆਂ ਨੂੰ ਇਹ ਮਿਲੇਗਾ। ਔਰ ਇਹਦਾ ਮਾਡਲ ਪੂਰੀ ਤਰ੍ਹਾਂ ਜਿਹੜਾ ਵੈਸਟਰਨ ਪੱਛਮੀ ਐਜੂਕੇਸ਼ਨ ਦਾ ਜਿਹੜਾ ਮਾਡਲ ਹੈ ਹੁਣ ਉਹਦੇ 'ਤੇ ਕੇਂਦਰ ਤੇ ਇਸ ਲੈਵਲ 'ਤੇ ਕੀਤਾ। ਹੁਣ ਤੱਕ 10+2 ਦਾ ਇੱਕ ਸਿਸਟਮ 86 ਦੀ ਪਾਲਿਸੀ ਦੇ ਵਿੱਚ ਇਹ ਆਇਆ ਸੀ ਕਿ 10ਵੀਂ ਤੋਂ ਬਾਅਦ ਬੰਦਾ ਆਪਣੀ ਸਟਰੀਮ ਚੁਣਦਾ ਸੀ ਕਿ +2 ਦੇ ਵਿੱਚ, ਫਿਰ ਉਦੋਂ ਬਾਅਦ ਉਹ ਆਪਣੀ ਸਟਰੀਮ ਦੇ ਵਿੱਚ ਜਾਂਦਾ ਸੀ। ਜਿਵੇਂ ਮੈਡੀਕਲ 'ਚ ਚਲੇ ਗਏ +2 ਤੋਂ ਬਾਅਦ, ਉਸੇ ਤਰ੍ਹਾਂ ਲਾਅ ਕਰਨ ਲੱਗ ਜਾਂਦੇ ਸੀ, ਉਸੇ ਤਰ੍ਹਾਂ ਜਰਨਲਿਜ਼ਮ ਕਰਨ ਲੱਗ ਜਾਂਦੇ ਸੀ। ਹੁਣ ਇਸ ਪਾਲਿਸੀ ਨਾਲ ਇਹ ਢਾਂਚਾ ਫਿਰ ਇੱਕ ਵਾਰ ਮੁੜ ਕੇ ਤਬਦੀਲ ਹੋ ਜਾਏਗਾ, ਕਿਉਂਕਿ ਹੁਣ ਉਹ ਸਟਰੀਮ ਇੱਕ ਉਹੀ ਜਿਹੀ ਨਹੀਂ ਬਚੇਗੀ। ਹੁਣ ਉਹ ਗ੍ਰੈਜੂਏਸ਼ਨ ਦੇ ਰਾਹੀਂ ਹੀ ਕਿਸੇ ਹੋਰ ਉਹਦੇ 'ਚ ਜਾ ਪਾਉਣਗੇ। ਇਹਦੇ 'ਤੇ ਡਿਬੇਟ ਹੈ, ਵਿਵਾਦ ਹੈ, ਵੱਖ-ਵੱਖ ਤਰੀਕੇ ਦੀ ਗੱਲ ਹੈ। ਔਰ ਦੂਜੀ ਗੱਲ ਇਹਦੇ ਨਾਲ ਇਹ ਹੈ ਕਿ ਇਸ ਸਿੱਖਿਆ ਪ੍ਰਣਾਲੀ ਦੇ ਨਾਲ ਇੱਕ ਬੜਾ ਵੱਡਾ ਪੁਆਇੰਟ ਜਿਹੜਾ ਆ ਰਿਹਾ ਉਹ ਹੈ ਕਿ ਜਿਹੜੀਆਂ ਵਿਦੇਸ਼ੀ ਯੂਨੀਵਰਸਿਟੀਆਂ ਨੇ, ਫੋਰਨ ਦੀਆਂ ਯੂਨੀਵਰਸਿਟੀਆਂ ਨੇ, ਉਹਨਾਂ ਨੂੰ ਖੁੱਲ੍ਹਾ ਸੱਦਾ ਹੈ ਕਿ ਤੁਹਾਡੇ ਲਈ ਇੱਥੇ ਪੂਰੀ ਤਰ੍ਹਾਂ ਆਓ ਅਤੇ ਤੁਹਾਡੇ ਲਈ ਓਪਨ ਕਰਨਾ ਹੈ। ਜੇਕਰ ਕੁਆਲਿਟੀ ਦੇ ਐਂਗਲ ਤੋਂ ਕੋਈ ਕਹਿ ਰਿਹਾ ਕਿ ਦੇਖੋ ਜੀ ਸਾਡੀਆਂ ਯੂਨੀਵਰਸਿਟੀਆਂ ਦੀ ਇੱਥੇ ਹਾਲਤ ਵਧੀਆ ਹੋ ਜਾਏਗੀ, ਤਾਂ ਇੱਥੇ ਉਹ ਇਨਵੈਸਟ ਕਰਨਗੇ ਸਿੱਖਿਆ ਦੇ ਵਿੱਚ। ਇਨਵੈਸਟ ਕਰਨ ਦਾ ਮਤਲਬ ਇਹ ਹੈ ਕਿ ਉਹ ਇਨਵੈਸਟ ਕਰਨਗੇ ਮੁਨਾਫੇ ਵਾਸਤੇ, ਉਹ ਸਾਡੇ ਲਈ ਪੜ੍ਹਾਉਣ ਵਾਸਤੇ ਨਹੀਂ ਕਰਨਗੇ। ਔਰ ਜਦੋਂ ਉਹ ਇਨਵੈਸਟ ਮੁਨਾਫੇ ਵਾਸਤੇ ਕਰਨਗੇ ਤਾਂ ਉਹ ਉੱਚੀਆਂ ਤਨਖਾਹਾਂ ਦਿੰਦੇ ਨੇ। ਹੁਣ ਵੀ ਪ੍ਰਾਈਵੇਟ ਖੇਤਰ ਦੀਆਂ 1-2 ਚੰਗੀਆਂ, ਇੱਥੇ ਅਸ਼ੋਕਾ ਯੂਨੀਵਰਸਿਟੀ ਹੈ, ਜਿੰਦਲ ਯੂਨੀਵਰਸਿਟੀ ਹੈ, ਲਾ ਯੂਨੀਵਰਸਿਟੀ, ਔਰ ਉਹ ਜਿਹੜੇ ਚੰਗੇ ਪ੍ਰੋਫੈਸਰ ਨੇ, ਕੁਆਲਿਟੀ ਦੇ ਟੀਚਰ ਨੇ ਸਾਡੀਆਂ ਹੁਣ ਦੀਆਂ ਵਧੀਆ ਯੂਨੀਵਰਸਿਟੀਆਂ 'ਚੋਂ, ਉਹਨਾਂ ਨੂੰ ਉਠਾ ਕੇ ਆਪਣੀਆਂ ਯੂਨੀਵਰਸਿਟੀਆਂ 'ਚ ਲੈ ਜਾਂਦੇ ਨੇ ਅਤੇ ਸਾਡੀਆਂ ਪਹਿਲਾਂ ਵਾਲੀਆਂ ਯੂਨੀਵਰਸਿਟੀਆਂ ਦਾ ਲੈਵਲ ਜਿਹੜਾ ਹੈ ਉਹ ਹੋਰ ਵੀ ਨੀਚੇ ਚਲਾ ਜਾਂਦਾ ਉਸ ਪੱਧਰ ਦੇ ਉੱਤੇ। ਔਰ ਦੂਜੀ ਗੱਲ ਇਹ ਹੈ ਕਿ ਉਹ ਯੂਨੀਵਰਸਿਟੀਆਂ ਦੇ ਵਿੱਚ ਕੇਵਲ ਬਹੁਤ ਕੁਝ ਖਾਸ ਲੋਕਾਂ ਦੇ ਬੱਚੇ ਹੀ ਪੜ੍ਹ ਸਕਣਗੇ ਜਿਨ੍ਹਾਂ ਕੋਲ ਓਨੇ ਮਹਿੰਗੀ ਫੀਸ ਦੇਣ ਦੀ ਸਥਿਤੀ ਹੈਗੀ ਹੈ। ਬਾਕੀ ਦੇ ਲੋਕ ਤਾਂ ਉਨੀ ਮਹਿੰਗੀ ਸਥਿਤੀ ਵਾਲੇ ਹੁੰਦੇ ਹੀ ਨਹੀਂ ਕਿਸੇ ਵੀ ਰੂਪ ਦੇ ਵਿੱਚ। ਅਗਲੀ ਗੱਲ, ਇਸ ਪਾਲਿਸੀ ਦੇ ਵਿੱਚ ਇਹ ਕਿਹਾ ਗਿਆ ਕਿ ਅਸੀਂ ਮੈਰੀਟੋਰੀਅਸ ਟਾਈਪ ਦਾ ਐਜੂਕੇਸ਼ਨ ਸਿਸਟਮ ਬਣਾਵਾਂਗੇ, ਕੁਆਲਿਟੀ ਨੂੰ ਪ੍ਰਮੋਟ ਕਰਾਂਗੇ। ਬਾਕੀ ਅਗਲਾ ਸਵਾਲ ਜਿਹੜਾ ਇੱਕ ਸਾਡੇ ਸਾਹਮਣੇ ਹਕੀਕਤ ਤੋਂ ਟੁੱਟ ਕੇ ਇਹ ਨਜ਼ਰੀਆ ਨਜ਼ਰ ਆਉਂਦਾ ਹੈ, ਜਿਹੜੇ ਸਮਾਜ ਦੇ ਵਿੱਚ ਵੱਖ-ਵੱਖ ਪੱਧਰ 'ਤੇ ਭੇਦਭਾਵ ਹੁੰਦਾ ਹੋਵੇ, ਵਿਤਕਰਾ ਹੁੰਦਾ ਹੋਵੇ, ਗਰੀਬੀ ਤੇ ਅਮੀਰੀ ਦਾ ਪਾੜਾ ਆਪਣੇ ਸਾਹਮਣੇ ਹੈ, ਜਾਤ ਦਾ ਪਾੜਾ ਆਪਣੇ ਸਾਹਮਣੇ ਹੈ, ਜੈਂਡਰ ਦਾ ਪਾੜਾ ਜਿਹੜਾ ਕਿ ਔਰਤ ਮਰਦ ਦੇ ਮਾਮਲੇ 'ਚ ਸਾਡੇ ਸਾਹਮਣੇ ਹੈ, ਖੇਤਰ ਦਾ ਪਾੜਾ ਜਿਹੜਾ ਉਹ ਸਾਡੇ ਸਾਹਮਣੇ ਹੈ, ਸ਼ਹਿਰ ਤੇ ਪਿੰਡ ਦਾ ਪਾੜਾ ਸਾਡੇ ਸਾਹਮਣੇ ਹੈ। ਔਰ ਜੇਕਰ ਦੇਸ਼ ਦੇ ਵਿੱਚ ਸਭ ਨੂੰ ਨਾਲ ਲੈ ਕੇ ਚੱਲਣਾ ਹੋਵੇ
ਤਾਂ ਜਿਹੜੇ ਪਿੱਛੇ ਰਹਿ ਗਏ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ, ਉਹਨਾਂ ਨੂੰ ਜ਼ਿਆਦਾ ਉਤਸ਼ਾਹਿਤ ਕਰਨਾ ਪੈਂਦਾ, ਉਹਨਾਂ ਨੂੰ ਕੁਝ ਰਿਆਇਤਾਂ ਦੇਣੀਆਂ ਪੈਂਦੀਆਂ ਨੇ। ਤੁਸੀਂ ਬਰਾਬਰ ਦੇ ਭਜਾ ਕੇ ਬਰਾਬਰ ਦੀ ਐਜੂਕੇਸ਼ਨ ਨਾ ਦੇ ਕੇ ਬਰਾਬਰ ਦੇ ਲੈਵਲ ਤੇ ਬਾਕੀ ਚੀਜ਼ਾਂ ਨਾ ਕਰਕੇ ਜਿਹੜਾ ਦਿੰਦੇ ਹੋ ਤਾਂ ਉਹ ਫਰਾਡ ਹੈ ਉਸ ਲੈਵਲ ਤੇ। ਔਰ ਜਿਵੇਂ ਇਹ ਕਿਹਾ ਗਿਆ, ਔਰ ਕੋਠਾਰੀ ਕਮਿਸ਼ਨ ਜਿਹੜਾ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਸਿੱਖਿਆ ਤੇ ਪਹਿਲਾ ਕਮਿਸ਼ਨ ਬਣਿਆ, ਉਹਨੇ ਇਹ ਕਿਹਾ ਕਿ ਜੇ ਤੁਸੀਂ ਬਰਾਬਰ ਦੀ ਵਿੱਦਿਆ ਨਹੀਂ ਦੇ ਸਕਦੇ ਤਾਂ ਬਾਕੀ ਦੇ ਬਰਾਬਰੀ ਦੀਆਂ ਗੱਲਾਂ ਫਰਾਡ ਨੇ, ਤੁਸੀਂ ਬਾਕੀ ਦੇ ਮਾਮਲਿਆਂ 'ਚ ਬਰਾਬਰੀ ਨਹੀਂ ਕਰ ਸਕਦੇ। ਔਰ ਇਸ ਸਿੱਖਿਆ ਪਾਲਿਸੀ 'ਚ ਰਿਜ਼ਰਵੇਸ਼ਨ ਦਾ ਜ਼ਿਕਰ ਤੱਕ ਨਹੀਂ ਹੈ। ਉਹ ਹੋਏਗੀ ਨਹੀਂ ਹੋਏਗੀ, ਕੀ ਹੋਏਗਾ ਕੀ ਨਹੀਂ ਹੋਏਗਾ। ਐਡਾ ਵੱਡਾ ਜਿਹੜਾ ਡਿਪਰੈਸ਼ਨ ਇੱਕ ਕਲਾਸ ਸਾਡੇ ਸਮਾਜ ਦੇ ਵਿੱਚ ਹੈ, ਉਹਦੇ ਬਾਰੇ ਕੋਈ ਗੱਲ ਤਾਂ ਤੁਸੀਂ ਕਰੋਗੇ ਹੀ। ਔਰ ਟਰਾਈਬਲ ਲੋਕ ਨੇ, ਘੱਟ ਗਿਣਤੀਆਂ ਨੇ, ਦਲਿਤ ਨੇ, ਵੱਖ-ਵੱਖ ਟਾਈਪ ਦੇ ਲੋਕ ਨੇ, ਤੇ ਤੁਸੀਂ ਇਹਦੇ ਤੇ ਖਾਮੋਸ਼ੀ ਹੈ। ਬਲਕਿ ਉਹਦੀ ਗੱਲ ਨਾ ਕਰਨ ਦਾ ਮਤਲਬ ਹੈ ਕਿ ਜਿਹੜਾ ਪਿੱਛੇ ਰਹਿ ਗਿਆ ਪਿੱਛੇ ਰਹਿ ਜਾਏ, ਜਿੱਥੇ ਮਰਜ਼ੀ ਚਲਾ ਜਾਏ। ਇੱਕ ਹੋਰ ਬੜਾ ਇੰਪੋਰਟੈਂਟ ਨੁਕਤਾ ਜਿਹੜਾ ਹੈ, ਜਿਵੇਂ ਫੈਡਰਲਿਜ਼ਮ ਦੇ ਤਹਿਤ ਖੇਤੀ ਦਾ ਮਾਮਲਾ ਕੇਂਦਰ ਆਪਣੇ ਪੱਖ ਦੇ ਵਿੱਚ ਲੈ ਗਿਆ ਤੇ ਇੱਥੇ ਵੀ, ਔਰ ਇਹਦੇ ਤੇ ਪਿਛਲੇ ਦਿਨਾਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਬੜੀਆਂ ਦੋ ਵੱਡੀਆਂ ਘਟਨਾਵਾਂ ਹੋਈਆਂ। ਰੋਹਿਤ ਬੰਬੂਲਾ ਹੈਦਰਾਬਾਦ ਯੂਨੀਵਰਸਿਟੀ ਦਾ ਇੱਕ ਸਕਾਲਰ ਜਿਹੜਾ ਦਲਿਤ ਸਕਾਲਰ ਸੀ, ਉਹ ਜੋ ਆਪਣੀ ਚਿੱਠੀ 'ਚ ਉਹਨੇ ਲਿਖਿਆ ਕਿ ਇੱਥੇ ਬੰਦੇ ਨੂੰ ਵੋਟ ਤੋਂ ਵੱਧ ਕੁਝ ਨਹੀਂ ਸਮਝਿਆ ਜਾਂਦਾ, ਤੇ ਉਹ ਸੁਸਾਈਡ ਕਰ ਗਿਆ, ਜਿਹੜਾ ਬਹੁਤ ਵੱਡਾ ਵਿਗਿਆਨ ਦਾ ਲੇਖਕ ਬਣਨਾ ਚਾਹੁੰਦਾ ਸੀ। ਇੱਕ ਕੁੜੀ ਤਾਮਿਲਨਾਡੂ ਦੀ ਮੈਡੀਕਲ ਦੇ ਵਿੱਚ ਦਾਖਲਾ ਲੈਣਾ ਚਾਹੁੰਦੀ ਸੀ, ਜਿਹੜੀ ਅਨੀਥਾ, ਔਰ ਉਹ ਵੀ ਆਪਣੀ ਸੁਸਾਈਡ ਨੋਟ ਦੇ ਵਿੱਚ ਇਹ ਕਹਿੰਦੀ ਹੈ ਕਿ ਇੱਥੇ ਨਿਆਂ ਕਿੱਥੇ ਹੈ, ਤੁਸੀਂ ਬਰਾਬਰੀ ਦੀ ਦੌੜ ਦੀ ਗੱਲ ਕਰਦੇ ਹੋ। ਮੇਰੇ ਘਰ ਦਾ ਹਾਲ ਦੇਖੋ, ਮੇਰੇ ਸਕੂਲ ਦਾ ਹਾਲ ਦੇਖੋ, ਤੇ ਮੈਂ ਕਿਸ ਲੈਵਲ ਤੇ ਪੜ੍ਹੀ ਹਾਂ, ਤੇ ਤੁਸੀਂ ਫਿਰ ਤਾਂ ਸਾਨੂੰ ਕਦੇ ਮਿਲਣਾ ਹੀ ਨਹੀਂ, ਮੌਕਾ ਹੀ ਨਹੀਂ ਇਸ ਦੇਸ਼ ਦੇ ਵਿੱਚ ਮਿਲਣਾ। ਇਹ ਬਹੁਤ ਵੱਡੇ ਸਵਾਲ ਸਾਡੇ ਸਮਾਜ ਦੇ ਵਿੱਚ ਨੇ। ਅਗਲਾ ਸਵਾਲ ਇਹਦੇ 'ਚ ਜਿਹੜਾ ਸੈਂਟਰਲਾਈਜੇਸ਼ਨ ਆਫ ਪਾਵਰ ਦਾ ਹੈ, ਉਹੀ ਕੋਠਾਰੀ ਕਮਿਸ਼ਨ ਨੇ ਇਹ ਕਿਹਾ ਸੀ ਕਿ ਅਧਿਆਪਕ ਔਰ ਵਿਦਿਆਰਥੀ ਇੱਕ ਗਿਆਨਵਾਨ ਸਮਾਜ ਸਿਰਜਣ ਦੇ ਲਈ ਦੋ ਪਿਲਰ ਨੇ ਇੱਕ ਟਾਈਪ ਦੇ, ਔਰ ਉਹਨਾਂ ਦੀ ਸਿਰਜਣ ਦੇ ਵਾਸਤੇ ਜ਼ਰੂਰੀ ਹੈ ਕਿ ਉਹਦੇ 'ਚ ਸਿਆਸੀ ਦਖਲ ਘੱਟ ਤੋਂ ਘੱਟ ਹੋਵੇ, ਵਿਦਿਅਕ ਸੰਸਥਾਵਾਂ ਦੇ ਵਿੱਚ ਪ੍ਰਸ਼ਾਸਨਿਕ ਦਖਲ ਜਿਹੜਾ ਬਿਊਰੋਕਰੇਟਿਕ ਆ ਉਹ ਘੱਟ ਤੋਂ ਘੱਟ ਹੋਵੇ, ਤੇ ਉਹਨਾਂ ਨੂੰ ਇੰਨੀ ਤਰੀਕੇ ਨਾਲ ਗਿਆਨ ਦਾ ਪਸਾਰਾ ਕਰ ਸਕਣ ਤੇ ਆਪਣਾ ਸਿਲੇਬਸ, ਆਪਣੀਆਂ ਬਾਕੀ ਚੀਜ਼ਾਂ। ਪਰ ਇਸ ਪਾਲਿਸੀ ਨੇ ਇਹ ਕਰਤਾ ਕਿ ਸੂਬਿਆਂ ਤੋਂ ਵੀ ਸਿਲੇਬਸ ਦਾ ਹੱਕ ਖੋਹ ਲਿਆ, ਤੇ ਬਾਕੀ ਦੇ ਟੀਚਰ ਕਿਤੇ ਉਸ ਲੈਵਲ ਤੇ ਮੈਟਰ ਨਹੀਂ ਕਰਦਾ। ਇੱਕ ਕਮਿਸ਼ਨ ਬਣੂਗਾ ਜਿਹੜੀ ਦੇਸ਼ ਦੀ ਡਾਇਵਰਸਿਟੀ ਹੈ, ਬਨਸੁਬਨਤਾ ਜਿਹਦੇ ਵਿੱਚ ਕਿੰਨੀਆਂ ਆਪਣੀਆਂ ਰਵਾਇਤਾਂ ਆਉਂਦੀਆਂ ਨੇ, ਆਪਣੇ ਸੱਭਿਆਚਾਰ ਆਉਂਦੇ ਨੇ, ਬੋਲੀਆਂ ਆਉਂਦੀਆਂ ਨੇ, ਵੱਖ-ਵੱਖ ਚੀਜ਼ਾਂ ਆਉਂਦੀਆਂ ਨੇ। ਇਹਦੀ ਬਜਾਏ ਇੱਕ ਕਮਿਸ਼ਨ ਬਣੂਗਾ। ਉਸ ਕਮਿਸ਼ਨ ਦੇ ਵਿੱਚ ਕੌਣ ਹੈ? ਪ੍ਰਧਾਨ ਮੰਤਰੀ ਉਹਦਾ ਹੈੱਡ ਹੋਏਗਾ, ਪ੍ਰਧਾਨ ਮੰਤਰੀ ਦਫ਼ਤਰ 'ਚ ਉਸ ਕਮਿਸ਼ਨ ਦਾ ਦਫ਼ਤਰ ਹੋਏਗਾ, ਬਾਕੀ ਦੇ ਲੋਕ ਹੋਣਗੇ। ਹੇਠਾਂ ਪ੍ਰਾਇਮਰੀ ਸਕੂਲ ਤੋਂ ਲੈ ਕੇ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਉੱਪਰ ਤੱਕ ਸਿਲੇਬਸ ਦਾ, ਫੰਡ ਦਾ, ਪੜ੍ਹਾਈ ਦੇ ਤਰੀਕਿਆਂ ਦਾ, ਵੱਖ-ਵੱਖ ਚੀਜ਼ਾਂ ਦਾ ਟੋਟਲ ਫੈਸਲਾ ਕੌਣ ਕਰੇਗਾ? ਉਹ ਕਮਿਸ਼ਨ ਕਰੂਗਾ। ਤਾਂ ਤੁਸੀਂ ਉਹ ਸਾਰੇ ਮਾਮਲੇ ਨੂੰ, ਇਹਦਾ ਮਤਲਬ ਬਨਸੁਬਨਤਾ ਨੂੰ ਇੱਕ ਰੌਂਦ ਕੇ ਚੱਲਦੇ ਹੋ। ਔਰ ਜਦ ਕਿ ਐਡੇ ਵੱਡੇ ਉਪ ਮਹਾਦੀਪ ਵਰਗੇ ਦੇਸ਼ ਦੇ ਵਿੱਚ ਵੱਖ-ਵੱਖ ਲੋੜਾਂ ਹੁੰਦੀਆਂ ਨੇ, ਕਿਸੇ ਨਾਰਥ ਈਸਟ ਦੀ ਆਪਣੀ ਲੋੜ ਹੈ, ਇੱਥੇ ਦੀ ਆਪਣੀ ਲੋੜ ਹੈ, ਉੱਥੇ ਦੀ ਆਪਣੀ ਲੋੜ ਹੈ। ਔਰ ਇੱਕ ਹੋਰ ਬੜਾ ਇੰਪੋਰਟੈਂਟ ਸਵਾਲ ਹੈ ਬੋਲੀ ਦਾ ਤੇ ਭਾਸ਼ਾ ਦਾ, ਜਿਹੜੀ ਗੱਲ ਕਰਦੇ ਹਾਂ। ਭਾਸ਼ਾ ਦੇ ਤੌਰ ਤੇ ਇਹ ਕਿਹਾ ਗਿਆ ਹੈ ਕਿ ਸੰਸਕ੍ਰਿਤ ਦਾ ਖਾਸ ਤੌਰ ਦੇ ਉੱਤੇ ਤੇ ਹਿੰਦੀ ਦਾ ਗਵਰਨਮੈਂਟ ਆਫ ਇੰਡੀਆ ਧਿਆਨ ਰੱਖੇਗੀ, ਉਹਦਾ ਪ੍ਰਚਾਰ ਦਾ, ਉਹਦਾ ਸਵਾਲ ਦਾ। ਉਹਦਾ ਕਾਰਨ ਕੀ ਹੈ? ਕਹਿੰਦੇ ਉਹਦਾ ਕਾਰਨ ਇਹ ਹੈ ਵੀ ਇਹ ਇੱਕ ਕਿਸੇ ਸੂਬੇ ਨਾਲ ਜਾਂ ਇੱਕ ਖੇਤਰ ਨਾਲ ਸੰਬੰਧਿਤ ਨਹੀਂ ਹੈ। ਜਿਹੜੀਆਂ 8ਵੇਂ ਸ਼ੈਡਿਊਲ ਦੇ ਸੰਵਿਧਾਨ ਦੇ ਵਿੱਚ ਦੂਜੀਆਂ ਬਰਾਬਰ ਦੀਆਂ ਭਾਸ਼ਾਵਾਂ ਨੇ, ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਜਿਹੜੀਆਂ ਸ਼ੈਡਿਊਲਡ ਲੈਂਗੁਏਜ ਨੇ, ਭਾਸ਼ਾ ਨੇ, ਉਹਨਾਂ ਨੂੰ ਬਰਾਬਰ ਦਾ ਰੁਤਬਾ ਹੈ। ਇਹ ਠੀਕ ਹੈ ਕਿ ਹਿੰਦੀ ਇੱਕ ਲਿੰਕ ਲੈਂਗੁਏਜ ਦੇ ਤੌਰ ਤੇ ਬਣੀ ਹੈ ਜਾਂ ਅੰਗਰੇਜ਼ੀ ਇੱਕ ਲਿੰਕ ਲੈਂਗੁਏਜ ਦੇ ਤੌਰ ਤੇ ਬਣੀ ਹੈ, ਪਰ ਉਹਨਾਂ ਸਾਰੀਆਂ ਭਾਸ਼ਾਵਾਂ ਨੂੰ ਡਾਊਨਗ੍ਰੇਡ ਕਰ ਦਿੱਤਾ ਗਿਆ। ਇਹਦਾ ਮਤਲਬ ਇਹ ਹੈ ਵੀ ਉਹ ਤੁਹਾਡੇ ਸੂਬਿਆਂ ਦਾ ਮਾਮਲਾ ਹੈ। ਜਿਹੜੇ ਸੂਬੇ 'ਚ ਕੋਈ ਬੋਲੀ ਜਾ ਰਹੀ ਹੈ ਤਾਂ ਤੁਸੀਂ ਉਸ ਤਰੀਕੇ ਦੀ ਕਰਦੇ ਹੋ, ਤੇ ਦੋ ਨੂੰ ਤੁਸੀਂ ਪ੍ਰਮੁੱਖਤਾ ਦੇਤੀ ਹੈ। ਜਿਹਨੂੰ ਗਵਰਨਮੈਂਟ ਆਫ ਇੰਡੀਆ ਫੰਡ ਦੇਗੀ, ਜਿਹਨੂੰ ਜ਼ਿਆਦਾ ਧਿਆਨ ਦੇਖੇਗੀ, ਤੇ ਉੱਥੇ ਜ਼ਿਆਦਾ। ਸੂਬਿਆਂ ਦਾ ਹਾਲ ਬੀਤੀ ਸਭ ਨੂੰ ਪਤਾ ਹੀ ਹੈ, ਜਿਹੋ ਜਿਹਾ ਹਾਲ ਸਾਡੇ ਸਾਹਮਣੇ ਹੈ। ਔਰ ਇਸ ਮਾਮਲੇ ਦੇ ਵਿੱਚ ਇੱਕ ਇਹ ਵੀ ਨਾਲ ਹੈ ਕਿ ਉਹ 3 ਭਾਸ਼ਾਈ ਫਾਰਮੂਲਾ ਤਾਂ ਲਾਗੂ ਰੱਖਤਾ, ਕਿਉਂਕਿ ਪਹਿਲਾਂ ਹਿੰਦੀ ਨੂੰ ਮੇਨ ਲੈਂਗੁਏਜ ਦੇ ਤੌਰ ਤੇ ਸਾਰੇ ਕਿਤੇ ਸੀ, ਪਰ ਬਹੁਤ ਵਿਰੋਧ ਹੋਇਆ। ਇੱਕ ਗੱਲ ਤੋਂ ਵਿਡਰਾ ਕੀਤਾ ਕੇਵਲ ਇੱਕ ਨੁਕਤੇ ਤੋਂ ਇਸ ਮਾਮਲੇ ਦੇ ਵਿੱਚ। ਤੇ ਇੱਕ ਪੁਆਇੰਟ ਇਹਦੇ ਵਿੱਚ ਸਭ ਤੋਂ ਵੱਡਾ ਹੋਰ ਹੈ, ਉਹ ਇਹ ਹੈ ਕਿ ਅਸੀਂ ਡੈਮੋਕ੍ਰੇਸੀ ਨੂੰ, ਜਮਹੂਰੀਅਤ ਨੂੰ ਕਿਵੇਂ ਨੈਗਲੈਕਟ ਕਰ ਰਹੇ ਹਾਂ, ਕਿਵੇਂ ਨਜ਼ਰਅੰਦਾਜ਼ ਕਰ ਰਹੇ ਹਾਂ। ਇਦੋਂ ਪਹਿਲਾਂ ਜਿਹੜੀਆਂ ਪਾਲਿਸੀਆਂ ਬਣੀਆਂ ਨੇ ਜਾਂ ਜਿਹੜੀ ਵੀ ਗੱਲ ਹੁੰਦੀ ਸੀ, ਉਹ ਰਾਜਾਂ ਦੀਆਂ ਵਿਧਾਨ ਸਭਾ 'ਚ ਚਰਚਾ ਹੁੰਦੀ ਸੀ, ਕਿਉਂਕਿ ਸਿੱਖਿਆ ਸਾਂਝੀ ਸੂਚੀ ਦਾ ਵਿਸ਼ਾ ਹੈ। ਅਜੇ ਸਾਂਝੀ ਸੂਚੀ ਦਾ ਵਿਸ਼ਾ ਵੀ ਉਦੋਂ ਬਾਅਦ ਬਣਿਆ, ਤੇ ਐਮਰਜੈਂਸੀ ਤੋਂ ਪਹਿਲਾਂ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਈ, ਉਦੋਂ ਪਹਿਲਾਂ ਸਟੇਟ ਸਬਜੈਕਟ ਸੀ।
ਉਹਨੂੰ ਸਾਂਝੀ ਸੂਚੀ 'ਚ ਲਿਆਂਦਾ। ਸਾਂਝੀ ਸੂਚੀ ਦੇ ਵਿੱਚ ਵੀ ਇਹ ਮੰਨਿਆ ਜਾਂਦਾ ਕਿ ਰਾਜਾਂ ਦੀ ਰਾਏ ਲਈ ਜਾਏ। ਰਾਜਾਂ ਦੀ ਰਾਏ ਦਾ ਮਤਲਬ ਹੈ ਕਿ ਵਿਧਾਨ ਸਭਾਵਾਂ 'ਚ ਚਰਚਾ ਹੋਵੇ ਤੇ ਫਿਰ ਪਾਰਲੀਮੈਂਟ ਦੇ ਵਿੱਚ ਵੀ ਚਰਚਾ ਹੋਵੇ। ਉਸ ਪੋਲਿਟਿਕਸ ਦੇ ਵਿੱਚ ਨਾ ਵਿਧਾਨ ਸਭਾਵਾਂ 'ਚ ਚਰਚਾ ਹੋਈ, ਨਾ ਪਾਰਲੀਮੈਂਟ 'ਚ ਚਰਚਾ ਹੋਈ। ਕਿਹਾ ਇਹ ਗਿਆ, ਗਵਰਨਮੈਂਟ ਨੇ ਇਹ ਕਿਹਾ ਕਿ ਅਸੀਂ 2.5 ਲੱਖ ਪੰਚਾਇਤਾਂ 'ਚ ਵੀ ਚਰਚਾ ਕਰਾ ਲਈ। ਅਸੀਂ 22 ਭਾਸ਼ਾਵਾਂ ਦੇ ਵਿੱਚੋਂ ਉਹਦਾ ਖਰੜਾ ਅਸੀਂ ਦਿੱਤਾ ਹੈ। ਔਰ ਕਿਹੜੇ ਪਿੰਡ ਦੇ ਵਿੱਚ ਗ੍ਰਾਮ ਸਭਾਵਾਂ 'ਚ ਚਰਚਾ ਹੋਈ, ਕਿਹੜੇ ਪਿੰਡ 'ਚ ਪੰਚਾਇਤਾਂ 'ਚ ਹੋਈ, ਮੈਨੂੰ ਤਾਂ ਨਜ਼ਰ ਨਹੀਂ ਆਇਆ ਕਿਤੇ ਕੋਈ ਪੰਚਾਇਤਾਂ ਬੈਠ ਕੇ ਨਵੀਂ ਨੀਤੀ ਤੇ ਚਰਚਾ ਕਰਦੀਆਂ ਜਾਂ ਬਾਕੀ ਦੀ ਜਗ੍ਹਾ। ਔਰ ਤੁਸੀਂ ਜਮਹੂਰੀਅਤ ਨੂੰ ਬਾਈਪਾਸ ਕਰ ਰਹੇ ਹੋ। ਜੇ ਕੱਲਾ ਪਿੰਡ 'ਚ ਵੀ ਦਿੰਦੇ ਹੋ ਇਹਦਾ ਮਤਲਬ ਅਸੈਂਬਲੀ ਬਾਈਪਾਸ ਕਰ ਰਹੇ ਹੋ, ਪਾਰਲੀਮੈਂਟ ਬਾਈਪਾਸ ਕਰ ਰਹੇ ਹੋ। ਜਿਵੇਂ ਆਰਡੀਨੈਂਸ ਸੱਚ ਕਰ ਰਹੇ ਹੋ, ਉਵੇਂ ਇਸ ਪਾਲਿਸੀ ਦੇ ਵਿੱਚ ਕਰ ਰਹੇ ਹੋ। ਇਹ ਕਾਫੀ ਵੱਡਾ ਜਮਹੂਰੀਅਤ ਨੂੰ ਖਤਰੇ ਦਾ ਕੁਐਸਚਨ ਹੈ, ਕਿਉਂਕਿ ਸਾਰੇ ਮਾਮਲੇ ਤੁਸੀਂ ਤਾਨਾਸ਼ਾਹੀ ਰੂਪ ਦੇ ਵਿੱਚ ਉਸ ਪਾਸੇ ਵੱਲ ਲੈ ਕੇ ਜਾ ਰਹੇ ਹੋ। ਇਸ ਮੁੱਦੇ ਦੇ ਉੱਤੇ ਸਵਾਲ ਵੀ ਉੱਠ ਵੀ ਰਹੇ ਨੇ, ਔਰ ਉਹ ਵੀ ਤੁਸੀਂ ਕੋਵਿਡ ਦੇ ਵਿੱਚ ਮਤਲਬ ਇਸ ਜਿਹੜਾ ਫੈਸਲਾ ਕਰ ਰਹੇ ਹੋ। ਤੇ ਹਮੀਰ ਸਿੰਘ ਜੀ, ਇੱਕ ਦੂਜੀ ਗੱਲ ਇਹ ਵੀ ਆ ਰਹੀ ਹੈ ਵੀ ਕਿ ਕੇਂਦਰੀ ਕੈਬਨਿਟ ਨੇ ਇਸ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਕੁਝ ਸਿੱਖਿਆ ਮਾਹਿਰਾਂ ਤੋਂ ਸੁਝਾਅ ਵੀ ਮੰਗੇ ਸੀ। ਇਸ ਨੀਤੀ ਦੇ ਵਿੱਚ ਉਹ ਮਾਹਿਰਾਂ ਦੀ ਜਿਹੜੇ ਸੁਝਾਅ ਆਏ ਸੀਗੇ ਉਹ ਸੁਝਾਅ ਕੀ ਸੀਗੇ ਤੇ ਕੈਬਨਿਟ ਨੇ ਕਿੰਨਾ ਕੁ ਉਹਨਾਂ ਨੂੰ ਮੰਨਿਆ? ਇਹ ਸੁਝਾਅ ਤਾਂ ਉਹਨਾਂ ਨੇ ਜਨਰਲ ਇੱਕ ਨੈੱਟ ਤੇ ਪਾਇਆ ਤੇ ਸਭ ਤੋਂ ਹੀ ਮੰਗੇ ਸੀ। ਔਰ ਜਿੰਨੇ ਸੈਮੀਨਾਰ ਦੇਸ਼ ਪੱਧਰ ਦੇ ਉੱਤੇ ਹੋਏ, ਜਿੰਨੇ ਸਿੱਖਿਆ ਸ਼ਾਸਤਰੀਆਂ ਨੇ ਤੇ ਆਮ ਲੋਕਾਂ ਨੇ ਤੇ ਉਹਦੇ ਨਾਲ ਜੁੜੇ ਲੋਕਾਂ ਨੇ ਸੁਝਾਅ ਦਿੱਤੇ, ਉਹਦੇ 'ਚ ਸ਼ਾਮਲ ਕੀਤਾ ਤਾਂ ਕੋਈ ਨਜ਼ਰ ਨਹੀਂ ਆਇਆ। ਆਏ ਦੇ ਇੱਕ ਤੋਂ ਬਿਨਾਂ ਮੈਨੂੰ ਤਾਂ ਨਹੀਂ ਨਜ਼ਰ ਆਇਆ। ਜਿਹੜਾ ਕੱਲਾ 3 ਭਾਸ਼ਾਈ ਫਾਰਮੂਲੇ ਤੇ ਵੀ ਹਿੰਦੀ ਦੀ ਭਾਰੂਪਣ ਹੈ, ਉਹ ਵੀ ਦੱਖਣੀ ਭਾਰਤ ਦੇ ਸੂਬਿਆਂ ਦੇ ਵਿੱਚ ਬਹੁਤ ਜ਼ਿਆਦਾ ਰਿਐਕਸ਼ਨ ਹੋਇਆ ਸੀ, ਉਹਦਾ ਪ੍ਰਤੀਕਿਰਿਆ ਹੋਈ ਸੀ। ਉਸ ਕਰਕੇ ਸ਼ਾਇਦ ਇੱਕ ਗੱਲ ਉਸ ਪੱਧਰ ਦੇ ਉੱਤੇ ਹੋ ਗਈ, ਵਰਨਾ ਬਾਕੀ ਦਾ ਤਾਂ ਕਿਤੇ ਨਹੀਂ। ਇੱਕ ਨਵਾਂ ਨੁਕਤਾ ਲਿਆਂਦਾ ਇਦੋਂ ਪਹਿਲਾਂ ਪ੍ਰਾਈਵੇਟਾਈਜੇਸ਼ਨ ਦਾ, ਜਿਹੜਾ ਕਮਰਸ਼ੀਅਲ ਦਾ, ਜਿਹੜਾ ਵਪਾਰਕ ਹੈ ਵਿਦਿਆ ਨੂੰ ਕਰਨ ਦਾ। ਪਹਿਲਾਂ ਇੱਕ ਟਰਮ ਕੱਢੀ ਗਈ ਸਾਡੇ ਦੇਸ਼ ਦੇ ਵਿੱਚ ਵੀ ਜਾਂ ਬਾਕੀ ਵੀ, PPP, ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ, ਕਿ ਸਰਕਾਰ ਔਰ ਨਿੱਜੀ ਕੰਪਨੀਆਂ ਦੀ ਹਿੱਸੇਦਾਰੀ। ਪਰ ਉਹਦਾ ਕਿਉਂਕਿ ਉਹਦਾ ਵਿਰੋਧ ਹੋਇਆ ਵੀ ਇਹ ਤਾਂ ਵਪਾਰੀਕਰਨ ਹੈ, ਤੇ ਇਹਨਾਂ ਨੇ 3 ਪੀਆਂ ਰੱਖੀਆਂ ਨੇ, ਪਰ ਇੱਕ ਪੀ ਨੂੰ ਨਾਲ ਵਿੱਚ ਪਾਤਾ ਫਿਲੀਅੰਥਰੈਪੀ, ਜਿਹੜਾ ਕਿ ਦਾਨੀ ਸੱਜਣ ਲਿਆਵਾਂਗੇ ਇਹਦੇ 'ਚ। ਤੇ ਜੇ ਕਾਰਪੋਰੇਟ ਐਡਾ ਹੀ ਦਾਨੀ ਹੈ ਤਾਂ ਹਜ਼ਾਰਾਂ ਕਰੋੜਾਂ ਦੇ ਕਰਜ਼ੇ ਮਾਫ ਕਰਕੇ ਲੱਖਾਂ ਕਰੋੜਾਂ ਦੇ ਤੇ ਵਿਦੇਸ਼ ਭੱਜ ਰਹੇ ਹੈ। ਤੁਸੀਂ ਉਹਨਾਂ ਨੂੰ ਉਸ ਲੈਵਲ ਤੇ ਦੇ ਰਹੇ ਹੋ। ਪੰਜਾਬ 'ਚ ਆਦਰਸ਼ ਸਕੂਲਾਂ ਦਾ ਇਸ PPP ਮੋਡ ਦੇ ਵਿੱਚ ਲਿਆਂਦਾ ਸੀ। ਗਵਰਨਮੈਂਟ ਨੇ ਬਿਲਡਿੰਗਾਂ ਪਾ ਕੇ ਦਿੱਤੀਆਂ, ਗਵਰਨਮੈਂਟ ਖਰਚਾ ਕਰ ਰਹੀ ਸੀ ਬਰਾਬਰ ਦਾ। ਕੇਵਲ ਇਕੱਲੇ ਸਕੂਲ ਚਲਾਉਣੇ ਸੀ। ਉਹਨਾਂ ਨੂੰ ਕਹਿੰਦੇ ਜਿਹੜਾ CR ਹੈ ਤੁਹਾਡੀ, ਜਿਹੜੇ ਉਸ ਮਾਮਲੇ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ 2 ਜਾਂ 3% ਜਿਹੜਾ ਉਹਨਾਂ ਨੇ ਮੁਨਾਫਾ ਹੁੰਦਾ ਉਹ ਸੋਸ਼ਲ ਕੰਮਾਂ ਤੇ ਲਾਉਣਾ ਹੁੰਦਾ, ਉਹ ਵੀ ਨਹੀਂ ਲਾਇਆ। ਸਾਰੇ ਆਦਰਸ਼ ਸਕੂਲ ਸਰੈਂਡਰ ਹੋ ਗਏ ਨੇ, ਬੰਦ ਹੋ ਗਏ ਨੇ ਪੰਜਾਬ ਦੇ। ਕਾਰਪੋਰੇਟ ਕਦੇ ਮੁਨਾਫੇ ਤੋਂ ਬਿਨਾਂ ਕੰਮ ਨਹੀਂ ਕਰਦਾ। ਕੱਲੀ ਸ਼ਬਦ ਬਦਲ ਕੇ ਦਾਨੀ ਸੱਜਣ ਕਹਾ ਕੇ ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਇਸ ਲਈ ਇਹ ਸਾਰੇ ਜਿੰਨੇ ਪੁਆਇੰਟ ਨੇ, ਇਹ ਦੇਸ਼ ਤੇ ਬਹੁਤ ਦੂਰਰਸ ਪ੍ਰਭਾਵ ਪਏਗਾ ਐਜੂਕੇਸ਼ਨ ਪਾਲਿਸੀ ਦਾ, ਕਿਉਂਕਿ ਐਜੂਕੇਸ਼ਨ ਤੋਂ ਬਿਨਾਂ, ਬਿਹਤਰ ਐਜੂਕੇਸ਼ਨ ਤੋਂ ਬਿਨਾਂ। ਦੂਜੀ ਗੱਲ, ਇਹਦੇ ਤੇ ਇੱਕ ਜਿਹੜਾ ਵਿਗਿਆਨਕ ਨਜ਼ਰੀਆ, ਜਿਹੜਾ ਧਰਮ ਨਿਰਪੱਖਤਾ ਦਾ ਨਜ਼ਰੀਆ, ਜਿਹੜਾ ਦੇਸ਼ ਦੇ ਵਿੱਚ ਇਹ ਸੀ ਕਿ ਇਹੋ ਜਿਹਾ ਟੈਂਪਰਾਮੈਂਟ ਅਸੀਂ ਪੈਦਾ ਕਰਨਾ ਬੰਦਿਆਂ ਦਾ, ਤੇ ਜੇ ਉਹ ਲੂਜ ਹੋ ਜਾਂਦਾ, ਉਹ ਸਾਰਾ ਉਸ ਪੱਧਰ ਦੇ ਉੱਤੇ ਨਹੀਂ ਰਹਿੰਦਾ, ਤਾਂ ਅਸੀਂ ਕਿਹੋ ਜਿਹਾ ਮਨੁੱਖ ਸਿਰਜ ਰਹੇ ਹਾਂ। ਐਜੂਕੇਸ਼ਨ ਨੀਤੀ ਇਸ ਨੂੰ ਤੈਅ ਕਰਦੀ ਹੈ। ਜੇ ਐਜੂਕੇਸ਼ਨ ਨੂੰ ਛੱਡ ਦਿੱਤਾ ਜਾਏ ਨਿੱਜੀਕਰਨ ਦੇ ਉੱਤੇ, ਵਪਾਰ ਦੇ ਉੱਤੇ, ਤੇ ਉਹ ਵੀ ਪੁਰਾਣੀਆਂ, ਉਹ ਕਹਿੰਦੇ ਵੀ ਨਲੰਦਾ ਤੇ ਟੈਕਸਲਾ ਵਰਗੀ ਯੂਨੀਵਰਸਿਟੀ ਸਾਡਾ ਰੋਲ ਮਾਡਲ ਬਣੇਗੀ। ਔਰ ਨਲੰਦਾ ਤੇ ਟੈਕਸਲਾ ਠੀਕ ਹੈ, ਇੱਕ ਪੁਰਾਣੇ ਜ਼ਮਾਨੇ ਦੀਆਂ ਯੂਨੀਵਰਸਿਟੀਆਂ ਨੇ, ਪਰ ਉੱਥੇ ਕਿੰਨੇ ਦਲਿਤਾਂ ਨੂੰ ਪੜ੍ਹਨ ਦਾ ਮੌਕਾ ਮਿਲਦਾ ਸੀ, ਕਿੰਨੀਆਂ ਔਰਤਾਂ ਨੂੰ ਪੜ੍ਹਨ ਦਾ ਮੌਕਾ ਮਿਲਦਾ ਸੀ, ਕਿਹੋ ਜਿਹੇ ਬੰਦਿਆਂ ਨੂੰ ਮੌਕੇ ਮਿਲਦੇ ਸੀ। ਇਹ ਵੀ ਬਹੁਤ ਵੱਡੇ ਸਵਾਲ ਨੇ, ਕਿਉਂਕਿ ਨਵੇਂ ਬਦਲੇ ਜਵਾਨੇ ਦੇ ਵਿੱਚ ਜਿਹੜੀ ਇਨਕਲੂਸਿਵ ਰਿਪੋਰਟ, ਜਿਹਨੂੰ ਸਭ ਨੂੰ ਨਾਲ ਲੈ ਕੇ ਚੱਲਣ ਦਾ ਕੁਐਸਚਨ ਹੈ, ਉਹਨਾਂ ਤੇ ਸੋਚਣਾ ਪਏਗਾ ਔਰ ਸੋਚਣਾ ਚਾਹੀਦਾ। ਬਹੁਤ ਵੱਡੀ ਡਿਬੇਟ ਦਾ ਸਵਾਲ ਹੈ। ਸਾਰੇ ਕਾਨੂੰਨਾਂ ਤੇ ਆਰਡੀਨੈਂਸਾਂ ਨੂੰ ਇਕੱਠੇ ਮਿਲਾ ਕੇ ਦੇਖਣ ਦਾ ਸਵਾਲ ਹੈ। ਇਹ ਤਾਕਤਾਂ ਦਾ ਕੇਂਦਰੀਕਰਨ ਸਾਡੇ ਦੇਸ਼ ਦੀ ਵੰਨ-ਸੁਵੰਨਤਾ ਦੇ ਹਿੱਤ ਦੇ ਵਿੱਚ ਨਹੀਂ ਹੈ, ਤੇ ਇਹਨੂੰ ਬਦਲਿਆ ਜਾਣਾ ਚਾਹੀਦਾ ਹੈ। ਲੋਕਾਂ ਨੂੰ ਇੰਪਾਵਰ ਕਰਨਾ ਸਗੋਂ ਜ਼ਿਆਦਾ ਚਾਹੀਦਾ ਹੈ। ਫੈਡਰਲ ਸਟਰਕਚਰ ਜ਼ਿਆਦਾ ਪਾਵਰਫੁਲ ਹੋਣਾ ਚਾਹੀਦਾ ਹੈ, ਤੇ ਲੋਕਾਂ ਨੂੰ ਹੇਠਲੇ ਲੈਵਲ ਤੱਕ ਵਿਦਿਆ ਨੂੰ ਸਿਆਸਤਦਾਨਾਂ ਦੀ ਇੰਟਰਵੈਂਸ਼ਨ 'ਚੋਂ ਤੇ ਬਿਊਰੋਕਰੇਟਾਂ ਦੀ ਜਿਹੜੀ ਦਖਲਅੰਦਾਜ਼ੀ 'ਚੋਂ ਜਿੰਨਾ ਕੱਢਿਆ ਜਾਏ, ਉਨਾ ਹੀ ਬਿਹਤਰ ਵਿਦਿਆ ਹੋਏਗੀ। ਬਲਕਿ ਇਹ ਹੋਰ ਦਖਲ ਦੇਣ ਦਾ ਇੱਕ ਤਰੀਕਾ ਹੈ। ਕੀ ਤੁਹਾਨੂੰ ਲੱਗਦਾ ਹੈ ਵੀ ਕਿ ਜਿਹੜਾ ਸਾਡਾ ਭਾਰਤ ਦੇਸ਼ ਦਾ ਸਿੱਖਿਆ ਸਿਸਟਮ ਹੈ ਉਹ ਇਸ ਤਰ੍ਹਾਂ ਦਾ ਹੈਗਾ ਵੀ ਕਿ ਅਸੀਂ ਪੱਛਮੀ ਸਿੱਖਿਆ ਸਿਸਟਮ ਨੂੰ ਅਡਾਪਟ ਕਰ ਸਕਦੇ ਹਾਂ ਇਸ ਟਾਈਮ? ਨਹੀਂ, ਇਹ ਪੱਛਮੀ ਸਿੱਖਿਆ ਦਾ ਸਵਾਲ ਹੈ, ਉਹ ਜਿਹਾ ਹੈ ਹੀ ਨਹੀਂ, ਕਿਉਂਕਿ ਜਿੱਥੇ ਜਿੰਨਾ ਗਵਰਨਮੈਂਟਾਂ ਉੱਥੇ ਇਨਵੈਸਟ ਕਰਦੀਆਂ ਨੇ। ਸਾਡੇ ਤਾਂ ਲਗਾਤਾਰ ਕੇਂਦਰ ਸਰਕਾਰ ਨੇ ਵੀ ਔਰ ਰਾਜ ਸਰਕਾਰਾਂ ਨੇ ਵੀ ਸਿੱਖਿਆ ਤੇ ਪੈਸਾ ਹੀ ਖਰਚ ਕਰਨਾ ਘੱਟਤਾ।
ਕੋਠਾਰੀ ਕਮਿਸ਼ਨ ਕਹਿੰਦਾ ਸੀ ਕਿ 6% GDP ਦਾ ਖਰਚ ਕਰਨਾ ਚਾਹੀਦਾ ਹੈ। ਅੱਜ ਤੱਕ ਅਸੀਂ ਘਟਾਉਂਦੇ 1% ਦੇ ਨੇੜੇ ਤੇੜੇ ਆ ਗਏ ਹਾਂ ਤੇ ਅਸੀਂ ਕਹਿੰਦੇ ਵੀ ਪ੍ਰਾਈਵੇਟ ਖਰਚ ਕਰ ਦੂਗਾ। ਪਰ ਸਿਹਤ ਤੇ ਸਿੱਖਿਆ ਇਹਦੀ ਜ਼ਿੰਮੇਵਾਰੀ ਹਮੇਸ਼ਾ ਹੀ ਗਵਰਨਮੈਂਟਾਂ ਦੀ ਹੁੰਦੀ ਹੈ, ਕਿਉਂਕਿ ਇਹ ਲੰਬੇ ਸਮੇਂ ਦੇ ਵਿੱਚ ਪੇ ਕਰਦੇ ਨੇ ਤੇ ਇੱਕੋ ਦਿਨ 'ਚ ਤਾਂ ਨਹੀਂ ਕਿ ਅੱਜ ਤੁਸੀਂ ਵਿਦਿਆਰਥੀ ਨੂੰ ਪੜ੍ਹਾਤਾ ਤੇ ਕੱਲ੍ਹ ਨੂੰ ਤੁਹਾਨੂੰ ਕਮਾ ਕੇ ਦੇ ਉਹਦੇ 'ਚ 10 ਸਾਲ 20 ਸਾਲ ਇੱਕ ਜਨਰੇਸ਼ਨ ਡਿਵੈਲਪ ਹੁੰਦੀ ਹੈ, ਉਹ ਸਮਾਜ ਨੂੰ ਮੁੜ ਕੇ ਪੇ ਕਰਦੀ ਹੈ। ਸ਼ਾਇਦ ਇਹੀ ਵਜ੍ਹਾ ਨੇ, ਇਹਦੇ 'ਚ ਬਹੁਤ ਕਾਰਨ ਨੇ ਕਿ ਸਾਡੀ ਸਿੱਖਿਆ ਰੁਜ਼ਗਾਰ ਵੀ ਪੈਦਾ ਨਹੀਂ ਕਰ ਰਹੀ, ਸਾਡੀ ਸਿੱਖਿਆ ਬਿਹਤਰ ਐਜੂਕੇਸ਼ਨਿਸਟ ਪੈਦਾ ਨਹੀਂ ਕਰ ਰਹੀ, ਸਾਡੇ ਬੱਚੇ ਤਾਂ ਇੱਥੋਂ ਦੌੜ ਰਹੇ ਨੇ, ਬਾਹਰ ਜਾ ਰਹੇ ਨੇ। ਔਰ ਇੱਕ ਇਹ ਵੀ ਬੜਾ ਵੱਡਾ ਕੁਐਸਚਨ ਹੈ, ਪੰਜਾਬੀ ਤਾਂ ਬਾਹਰ ਕੰਮ ਕਰਨ ਜਾਂਦੇ ਨੇ, ਤੁਸੀਂ ਕਹੋਗੇ ਯੂਨੀਵਰਸਿਟੀਆਂ ਤੁਹਾਨੂੰ ਇੱਥੇ ਹੀ ਦੇਤੀਆਂ, ਰੁਜ਼ਗਾਰ ਤੁਹਾਡੇ ਕੋਲ ਹੈ ਨਹੀਂ, ਤਾਂ ਤੁਸੀਂ ਕੀ ਕਰੋਗੇ? ਇਸ ਲਈ ਇਹਦਾ ਦੂਰ ਰਸ ਜਿਹੜੇ ਪ੍ਰਭਾਵ ਸਾਡੇ ਸਮਾਜ ਦੇ ਉੱਤੇ ਪੈਣਗੇ ਔਰ ਇਹਦੇ ਤੇ ਬਹੁਤ ਗੰਭੀਰਤਾ ਨਾਲ ਰਾਜ ਸਰਕਾਰਾਂ ਨੂੰ ਵੀ ਆਪਣੀਆਂ ਵਿਧਾਨ ਸਭਾਵਾਂ ਵਿੱਚ ਚਰਚਾ ਕਰਨੀ ਚਾਹੀਦੀ ਹੈ, ਲੋਕਾਂ ਨੂੰ ਵੀ ਸੱਥਾਂ 'ਚ ਮੁਹੱਲਿਆਂ 'ਚ ਚਰਚਾ ਕਰਨੀ ਚਾਹੀਦੀ ਹੈ ਤੇ ਬੁੱਧੀਜੀਵੀਆਂ ਨੂੰ ਇੱਕ ਬੜੇ ਵੱਡੇ ਪੱਧਰ ਦੇ ਸੰਵਾਦ ਦੇ ਤੇ ਉਦੋਂ ਬਾਅਦ ਇੱਕ ਲਾਮਬੰਦੀ ਦੀ ਲੋੜ ਹੈ, ਤਾਂ ਕਿ ਇੱਕ ਵਾਰ ਢਾਂਚਾ ਤੁਸੀਂ ਵਿਗਾੜ ਦੋ ਮੁੜ ਕੇ ਇਕੱਠਾ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਔਰ ਇਹ ਮੈਨੂੰ ਲੱਗਦਾ ਕਿ ਇਹ ਬਹੁਤ ਹਾਂ ਪੱਕੀ ਪਾਸੇ ਨਹੀਂ ਜਾ ਰਿਹਾ, ਇਹ ਬਲਕਿ ਉਲਟੇ ਪਾਸੇ ਜਾ ਰਿਹਾ, ਜਿਹ 'ਚੋਂ ਬਹੁਤ ਡਾਊਨ ਲੋਕ, ਹੇਠਲੇ ਪੱਧਰ ਦੇ ਲੋਕ ਹੋਰ ਕੱਟੇ ਜਾਣਗੇ, ਹੋਰ ਸਿੱਖਿਆ ਤੋਂ ਦੂਰ ਹੋ ਜਾਣਗੇ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਸਾਨੂੰ ਦੱਸਿਆ ਵੀ ਕਿ ਇਸ ਸਿੱਖਿਆ ਨੀਤੀ ਵਿੱਚ ਵੀ ਹਲੇ ਬਹੁਤ ਕਮੀਆਂ ਨੇ, ਜਿਸ 'ਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਇਸ ਲਈ ਸੂਬਿਆਂ ਸਰਕਾਰਾਂ ਨੂੰ, ਲੋਕਾਂ ਨੂੰ ਵਿਚਾਰ ਕਰਨ ਦੀ ਲੋੜ ਹੈ ਤਾਂ ਕਿ ਉਸ ਦੇਸ਼ ਦੇ ਸਿੱਖਿਆ ਸਿਸਟਮ ਵਿੱਚ ਸੁਧਾਰ ਕੀਤਾ ਜਾ ਸਕੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।